प्यारे बच्चों, अज आप 25 अगस्त 2020 पैस अभ्यास शीट नंबर 8 करांगे। ਇਹਦੀ ਪੰਜਾਬੀ ਦੀ ਵਰਕਸ਼ੀਟ ਅਲੱਗ ਤੋਂ ਅਪਲੋਡ ਕੀਤੀ ਹੋਈ ਹੈ। ਮੈਂ ਇਹਦੇ 'ਚ ਨੀਚੇ ਲਿੰਕ ਅਪਲੋਡ ਕਰ ਦੂੰਗੀ ਨਾਲ ਡਿਸਕ੍ਰਿਪਸ਼ਨ ਬਾਕਸ ਤੇ। ਜੇ ਪੰਜਾਬੀ ਦੀ ਤੁਸੀਂ ਦੇਖਣੀ ਹੋਈ ਤਾਂ ਉੱਥੋਂ ਲਿੰਕ ਤੋਂ ਉਹ ਵਾਲੀ ਵੀਡੀਓ ਦੇਖ ਸਕਦੇ ਹੋ। ਨੈਕਸਟ ਆਪਾਂ ਚੱਲਦੇ ਹਾਂ ਪੰਜਾਬੀ ਤੋਂ। ਨੈਕਸਟ ਹੈ ਬੱਚੋਂ ਵਿਸ਼ਾ ਆਪਣਾ ਗਣਿਤ। ਤਾਂ ਗਣਿਤ ਦੇ ਵਿੱਚ ਇੱਥੇ ਧਿਆਨ ਨਾਲ ਦੇਖੋ, ਪਹਿਲਾ ਕੁਐਸਚਨ ਜਿਹੜਾ ਹੈ ਇਹ ਗਲਾਸਾਂ ਵਿੱਚ ਪਾਣੀ ਦੀ ਘਟਦੀ ਮਾਤਰਾ ਅਨੁਸਾਰ ਸਹੀ ਕ੍ਰਮ ਕਿਹੜਾ ਹੋਵੇਗਾ। ਉਹਨਾਂ ਨੇ ਕਿਹਾ ਗਲਾਸਾਂ ਵਿੱਚ ਪਾਣੀ ਦੀ ਘਟਦੀ ਮਾਤਰਾ। ਤਾਂ ਘਟਦੇ ਵਾਲੇ ਪਾਸੇ ਇਹਦਾ ਮਤਲਬ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਵੱਧ ਚਾਹੀਦੀ ਹੈ, ਘੱਟ ਆਪਾਂ ਤਾਂ ਹੀ ਕਰਾਂਗੇ। ਇਹਦੇ 'ਚ ਘੱਟ ਦਾ ਕ੍ਰਮ ਜਿਹੜਾ ਹੁੰਦਾ ਹੈ ਉਹਦੇ 'ਚ ਸਭ ਤੋਂ ਪਹਿਲਾਂ ਵੱਡੀ ਰਕਮ ਆਉਂਦੀ ਹੈ। ਇਹਨਾਂ ਨੇ ਕਿਹਾ ਘਟਦੀ ਮਾਤਰਾ ਅਨੁਸਾਰ। ਤਾਂ ਸਭ ਤੋਂ ਜਿਹੜਾ ਪਹਿਲੇ ਨੰਬਰ 'ਤੇ ਆਹ ਸਭ ਤੋਂ ਘੱਟ ਕਿਹਦੇ 'ਚ ਹੈ? ਪਾਣੀ। ਇਹ ਵਾਲੇ 'ਚ ਹੈ, ਸੈਕਿੰਡ ਵਾਲੇ 'ਚ ਹੈ। ਇਹ ਸਭ ਤੋਂ ਜਿਹੜਾ 2 ਨੰਬਰ ਆਪਾਂ 2 ਨੂੰ ਅੱਗੇ ਰੱਖ ਦਾਂਗੇ। ਸਭ ਤੋਂ ਘੱਟਦੀ ਕ੍ਰਮ 'ਚ ਜਿਹੜਾ ਹੈਗਾ ਕਰਨਾ ਆਪਾਂ ਸਭ ਤੋਂ ਵੱਧ ਵਾਲੇ ਨੂੰ ਮੂਰੇ ਰੱਖਾਂਗੇ ਤਾਂ ਕਿ ਘਟਦਾ ਜਾਊਗਾ। ਤੇ ਇਹ ਸਾਰਿਆਂ ਨਾਲੋਂ ਘੱਟ ਪਾਣੀ ਹੈ ਇਹਦੇ 'ਚ, ਇਹਨੂੰ ਅਖੀਰ 'ਚ ਰੱਖਾਂਗੇ ਆਪਾਂ। ਸਭ ਤੋਂ ਪਹਿਲਾਂ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਗਲਾਸ ਭਰਿਆ ਹੋਇਆ 1 ਨੰਬਰ 'ਤੇ ਹੈ ਇਹ ਵਾਲਾ, ਇਹ ਸਭ ਤੋਂ ਵੱਧ ਭਰਿਆ ਹੋਇਆ 1 ਪਾਵਾਂਗੇ। ਉਸ ਤੋਂ ਬਾਅਦ ਦੱਸੋ ਬੱਚੋ ਕਿਹੜਾ ਨੈਕਸਟ ਆਊਗਾ? ਉਸ ਤੋਂ ਨੈਕਸਟ ਆਹ ਵਾਲਾ ਗਲਾਸ ਹੈ ਨਾ, 3 ਨੰਬਰ 'ਤੇ ਜਿਹੜਾ ਗਲਾਸ ਪਿਆ ਤੀਜੇ ਨੰਬਰ ਵਾਲਾ ਆ ਜਾਊਗਾ। ਉਸ ਤੋਂ ਬਾਅਦ ਕਿਹੜਾ ਹੁਣ ਆ 2 ਤੇ 4 ਚੋਂ ਕਿਹੜਾ ਹੈ? 4 ਨੰਬਰ। ਸਭ ਤੋਂ ਘੱਟ ਕਿਹਦੇ 'ਚ ਹੈ? 2 ਨੰਬਰ ਵਾਲੇ 'ਤੇ। ਤਾਂ ਆਪਣਾ ਸਹੀ ਕ੍ਰਮ ਕੀ ਬਣ ਗਿਆ? 1 3 4 2। ਹੁਣ ਤੁਸੀਂ ਨੀਚੇ ਦੇਖੋ ਇਹ ਕ੍ਰਮ ਕਿਹਦੇ ਵਿੱਚ ਦਿੱਤਾ ਹੋਇਆ ਤੁਹਾਨੂੰ? 1 3 4 2 ਆ ਸੱਸੇ ਦੇ ਉੱਪਰ ਪਿਆ, ਇਹਦੇ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਕਲੀਅਰ ਹੈ ਬੱਚੋ ਇਹ? ਨੈਕਸਟ ਚੱਲਦੇ ਹਾਂ ਆਪਾਂ। ਦੂਸਰਾ ਪ੍ਰਸ਼ਨ ਹੈ। ਦੂਜੇ ਪ੍ਰਸ਼ਨ ਦੇ ਵਿੱਚ ਉਹਨੇ ਕਿਹਾ ਹੇਠਾਂ ਦਿੱਤੇ ਚਿੱਤਰ ਅਨੁਸਾਰ ਰੰਗ ਅਤੇ ਮਾਚਿਸ ਦੀ ਤੀਲੀ ਦੀ ਲੰਬਾਈ ਵਿੱਚ ਕਿੰਨਾ ਅੰਤਰ ਹੈ। ਹੁਣ ਇੱਥੇ ਤੁਸੀਂ ਦੇਖਣਾ ਰੰਗ ਅਤੇ ਤੀਲੀ ਦੀ ਮਾਚਿਸ, ਜਿਹੜੀ ਮਾਚਿਸ ਦੀ ਤੀਲੀ ਹੁੰਦੀ ਹੈ। ਰੰਗ ਤਾਂ ਆ ਰਿਹਾ ਹੈ, ਇੱਥੇ ਆਹ ਰੰਗ ਬਣਿਆ ਹੋਇਆ ਹੈ, ਆਹ ਤੁਹਾਡੀ ਤੀਲੀ ਬਣੀ ਹੋਈ ਹੈ। ਇੱਧਰ ਸੈਂਟੀਮੀਟਰ 'ਚ ਦਿੱਤਾ ਹੋਇਆ, ਦੇਖੋ ਬੱਚੋ ਆਹ ਲਿਖਿਆ ਹੋਇਆ ਨਾ ਸੈਂਟੀਮੀਟਰ। ਤਾਂ ਹੁਣ ਜਿਹੜੀ ਰੰਗ ਦੀ ਲੰਬਾਈ ਕਿੰਨੀ ਹੈ? ਰੰਗ ਦੀ ਲੰਬਾਈ ਆਹ ਹੈ, ਰੰਗ ਦੀ ਲੰਬਾਈ ਹੋ ਗਈ 4 ਸੈਂਟੀਮੀਟਰ। ਔਰ ਤੀਲੀ ਦੀ ਲੰਬਾਈ ਦੇਖੋ ਧਿਆਨ ਨਾਲ, ਇੱਥੇ ਨੀਚੇ 0 ਤੋਂ ਨਹੀਂ ਸਟਾਰਟ ਹੋਈ ਵੀ, ਇਹਦੀ ਲੰਬਾਈ ਕਿੱਥੋਂ ਸ਼ੁਰੂ ਹੋ ਰਹੀ ਹੈ? 2 ਤੋਂ ਸ਼ੁਰੂ ਹੋ ਰਹੀ ਹੈ। 2 ਤੋਂ ਲੈ ਕੇ ਕਿੱਥੇ ਤੱਕ ਹੈ ਇਹਦੀ ਲੰਬਾਈ? 5 ਤੱਕ। ਤਾਂ ਤੁਸੀਂ ਇਹ ਗਿਣਨਾ ਵੀ ਕਿੰਨੀ ਹੋ ਗਈ। 2 ਤੋਂ 5 ਤੱਕ ਕਿੰਨੀ ਹੋਈ? ਇੱਥੇ ਤੱਕ ਹੋ ਗਈ 1, 2 ਤੋਂ 3 ਤੱਕ ਹੋ ਗਈ 1, 3 ਤੋਂ 4 ਹੋ ਗਈ 2, 5 ਤੱਕ ਹੋ ਗਈ 3। ਤਾਂ ਇਹਦਾ ਮਤਲਬ ਇਹਦੀ ਲੰਬਾਈ ਕਿੰਨੀ ਹੋ ਗਈ? 3 ਸੈਂਟੀਮੀਟਰ। ਤਾਂ ਉਹਨਾਂ ਨੇ ਕੁਐਸਚਨ 'ਚ ਆਪਾਂ ਨੂੰ ਇਹਨਾਂ ਦੋਨਾਂ ਦਾ ਅੰਤਰ ਪੁੱਛਿਆ। ਤੇ 4 ਚੋਂ ਜੇ ਆਪਾਂ 3 ਘਟਾਵਾਂਗੇ ਤਾਂ ਦੋਨਾਂ ਦਾ ਕਿੰਨਾ ਅੰਤਰ ਹੈ? 1 ਸੈਂਟੀਮੀਟਰ ਦਾ। ਤਾਂ 1 ਸੈਂਟੀਮੀਟਰ ਨੂੰ ਊੜੇ ਤੇ ਉੱਤਰ ਕੀ ਪਿਆ? 2 ਸੈਂਟੀਮੀਟਰ। ਐੜੇ ਤੇ 3 ਸੈਂਟੀਮੀਟਰ, ਈੜੀ ਤੇ 1 ਸੈਂਟੀਮੀਟਰ। ਤਾਂ ਅਸੀਂ ਈੜੀ ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਅੱਗੇ ਚੱਲਦੇ ਹਾਂ ਬੱਚੋ ਤੀਸਰੇ ਕੁਐਸਚਨ ਦੇ ਉੱਪਰ। ਤੀਜਾ ਪ੍ਰਸ਼ਨ ਜਿਹੜਾ ਆਪਾਂ ਨੂੰ ਕੀ ਕਹਿੰਦਾ ਹੈ? ਤਸਵੀਰ ਅਨੁਸਾਰ ਸਭ ਤੋਂ ਵੱਧ ਭਾਰ ਕਿਸ ਡੱਬੇ ਦਾ ਹੈ। ਤਾਂ ਆਪਾਂ ਤਸਵੀਰ ਦੇ ਵਿੱਚ ਦੇਖ ਕੇ ਦੱਸਣਾ ਹੈ ਸਭ ਤੋਂ ਵੱਧ ਭਾਰ ਕਿਸ ਡੱਬੇ ਦਾ ਹੈ। ਤਾਂ ਜ਼ਿਆਦਾ ਭਾਰ ਕਿਹਦਾ ਹੋਊਗਾ? ਜਿਹੜਾ ਜ਼ਿਆਦਾ ਝੁਕਿਆ ਹੋਇਆ ਹੋਊਗਾ। ਹੁਣ ਪਹਿਲਾਂ ਤੁਸੀਂ ਦੇਖਣਾ ਡੱਬੇ ਕਿੱਧਰ ਲਿਖੇ ਹੋਏ ਹੈ। ਡੱਬਾ ਦੇਖੋ ਜਿਹੜਾ ਬੇਟੇ ਆਹ ਵਾਲਾ ਡੱਬਾ, ਇਹ ਉੱਚਾ ਹੈ, ਸਭ ਤੋਂ ਜ਼ਿਆਦਾ ਭਾਰ ਡੱਬੇ ਦਾ ਉਹਨਾਂ ਨੇ ਕਿਹਾ ਐਕਸ। ਉਹ ਕਹਿੰਦਾ ਹੈ ਵੀ ਕਿਹੜੇ ਡੱਬੇ, 1 ਮਿੰਟ, ਇਹਦੇ 'ਚ ਕੁਐਸਚਨ 'ਚ ਜਿਹੜਾ ਦਿੱਤਾ ਤਸਵੀਰ ਅਨੁਸਾਰ ਸਭ ਤੋਂ ਵੱਧ ਭਾਰ ਕਿਸ ਡੱਬੇ ਦਾ ਹੈ। ਸਭ ਤੋਂ ਵੱਧ ਭਾਰ ਕਿਸ ਡੱਬੇ ਦਾ ਹੈ? ਹੁਣ ਇੱਧਰ ਤੁਹਾਨੂੰ ਲਿਖਿਆ ਹੋਇਆ 10 ਗ੍ਰਾਮ ਲਿਖਿਆ ਹੋਇਆ, ਇੱਥੇ ਵੀ 10 ਗ੍ਰਾਮ, ਇਹ ਵੀ 10 ਗ੍ਰਾਮ। ਇਹ ਤੁਹਾਨੂੰ ਦਿੱਤੀ ਹੋਈ ਇੱਕ ਤਰੀਕੇ ਨਾਲ ਮੈਜ਼ਰਮੈਂਟ, ਜਿਵੇਂ ਤੁਸੀਂ ਕਹਿ ਲਓ ਵੱਟਾ ਦਿੱਤਾ ਹੁੰਦਾ ਹੈ ਜਾਂ ਜਿਹਦੇ ਨਾਲ ਆਪਾਂ ਤੋਲਦੇ ਹਾਂ। ਤਾਂ ਆਹ ਤੁਹਾਨੂੰ ਡੱਬੇ ਦਿੱਤੇ ਹੋਏ ਆ। ਆਹ ਐਕਸ ਡੱਬਾ ਹੈ, ਆਹ ਵਾਈ ਡੱਬਾ ਹੈ, ਆਹ ਜ਼ੈਡ ਡੱਬਾ ਹੈ। ਤਾਂ ਇਹਨਾਂ 'ਚੋਂ ਸਾਰਿਆਂ 'ਚੋਂ ਭਾਰਾ ਡੱਬਾ ਕਿਹੜਾ ਹੈ? ਜਿਹੜਾ ਜਿੰਨਾ ਜ਼ਿਆਦਾ ਭਾਰਾ ਹੋਊਗਾ ਉਹ ਉਨਾ ਜ਼ਿਆਦਾ ਨੀਚੇ ਨੂੰ ਝੁਕ ਜੂਗਾ। ਤਾਂ ਸਭ ਤੋਂ ਜ਼ਿਆਦਾ ਝੁਕਿਆ ਕਿਹੜਾ ਹੋਇਆ? ਜ਼ੈਡ ਵਾਲਾ ਝੁਕਿਆ ਹੋਇਆ, ਠੀਕ ਹੈ। ਵਾਈ ਵਾਲਾ ਤਾਂ ਬਰਾਬਰ ਹੀ ਹੈ ਉਹਦੇ, ਐਕਸ ਵਾਲਾ ਉਸ ਤੋਂ ਉੱਪਰ ਹੈ। ਇਹਦਾ ਮਤਲਬ ਸਭ ਤੋਂ ਭਾਰਾ ਡੱਬਾ ਕਿਹੜਾ ਹੋਇਆ? ਜ਼ੈਡ ਹੋਇਆ। ਆਪਾਂ ਜ਼ੈਡ 'ਤੇ ਨਿਸ਼ਾਨੀ ਲਗਾ ਦਾਂਗੇ। ਇਹ ਬੇਟੇ ਧਿਆਨ ਨਾਲ ਕਰਨ ਵਾਲਾ ਕੁਐਸਚਨ ਹੈ ਵੀ ਤੱਕੜੀ ਜਿੱਧਰ ਭਾਰਾ ਜ਼ਿਆਦਾ ਹੋਊਗਾ ਉਧਰ ਨੂੰ ਹੀ ਝੁਕੂਗੀ। ਅੱਗੇ ਚੌਥਾ ਪ੍ਰਸ਼ਨ ਹੈ ਤਸਵੀਰ ਵਿੱਚ ਦਿਖਾਈ ਗਈ ਆਕ੍ਰਿਤੀ ਦਾ ਨਾਮ ਦੱਸੋ। ਵੀ ਜਿਹੜੀ ਤਸਵੀਰ 'ਚ ਇਹ ਆਕ੍ਰਿਤੀ ਦਿਖਾਈ ਗਈ ਹੈ ਇਹਦਾ ਨਾਮ ਕੀ ਹੈ? ਇਸ ਤੋਂ ਪਹਿਲਾਂ ਵੀ ਬੇਟੇ ਆਪਾਂ ਕੀਤਾ ਸੀਗਾ ਵੀ ਜਿਹੜਾ ਸਿੰਪਲ ਪੇਜ ਹੁੰਦਾ ਉਹਨੂੰ ਆਪਾਂ ਆਇਤ ਕਹਿੰਦੇ ਆ ਜਾਂ ਵਰਗ ਕਹਿੰਦੇ ਆ। ਹੁਣ ਜੇ ਇਸੇ ਦੇ ਜਿਹੜਾ
ਆਇਤ ਜਾਂ ਵਰਗ ਤੋਂ ਆਪਾਂ ਇਸ ਤਰੀਕੇ ਨਾਲ ਡੱਬਾ ਬਣਾ ਦਿੰਦੇ ਆ ਤਾਂ ਉਹ ਡੱਬੇ ਨੂੰ ਅਸੀਂ ਜਾਂ ਘਨ ਕਹਿੰਦੇ ਆ ਜਾਂ ਕਨਾਬ ਕਹਿੰਦੇ ਆ, ਜਿਹਦੀਆਂ ਭੁਜਾਵਾਂ ਜਿਹੜੀ ਚਾਰ ਭੁਜਾਵਾਂ ਜਿਵੇਂ ਬਰਾਬਰ ਆਪਸ 'ਚ ਨਹੀਂ ਹੁੰਦੀਆਂ ਤਾਂ ਉਹਨੂੰ ਆਪਾਂ ਕਨਾਬ ਕਹਿੰਦੇ ਆ। ਤਾਂ ਇਹ ਵਾਲਾ ਡੱਬਾ ਕੀ ਹੈ? ਕਨਾਬ ਹੈ। ਇਹਦੀ ਲੰਬਾਈ ਚੌੜਾਈ ਬਰਾਬਰ ਨਹੀਂ ਨਾ ਹੈਗੀ ਤਾਂ ਇਹਨੂੰ ਆਪਾਂ ਕਨਾਬ ਬੋਲਦੇ ਆ। ਕਨਾਬ ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਨੈਕਸਟ 5ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੀ ਆਕ੍ਰਿਤੀ ਦੇ ਕਿੰਨੇ ਸਿਖਰ ਹਨ? ਹੁਣ ਇਹਦੇ 'ਚ ਸਿਖਰ ਪੁੱਛੇ ਆ ਇਹਨਾਂ ਨੇ, ਮਤਲਬ ਕਿੰਨੇ ਸਿਖਰ ਦਾ ਮਤਲਬ ਹੁੰਦਾ ਹੈ ਕਿਨਾਰੇ ਜਾਂ ਕਿੰਨੇ ਕੋਨੇ। ਕੋਨੇ ਅਲੱਗ ਚੀਜ਼ ਹੁੰਦੀ ਹੈ ਪਰ ਸਿਖਰ ਜਿਹੜਾ ਹੈਗਾ ਉਹੀ ਮਤਲਬ ਹੈ ਬੱਚੋ। ਤਾਂ ਇਹਦੇ 'ਚ ਆਪਾਂ ਹੁਣ ਸਿਖਰ ਜਿਹੜਾ ਹੈਗਾ, ਕਿੰਨੇ ਸਿਖਰ ਨੇ ਇਹਦੇ 'ਚ ਦੱਸੋ? ਕਿੰਨੇ ਸਿਖਰ ਹੈ? 1 1 2 3 3 ਸਿਖਰ ਹੈ। ਤਾਂ ਆਪਾਂ ਈੜੀ 3 ਤੇ ਨਿਸ਼ਾਨੀ ਲਗਾ ਦਾਂਗੇ ਇਹਦੇ 'ਚ। ਅੱਛਾ ਬੱਚੋ, ਅੱਗੇ ਹੁਣ ਆਪਣਾ ਗਣਿਤ ਵਿਸ਼ਾ ਹੋ ਗਿਆ। ਨੈਕਸਟ ਆਪਾਂ ਚੱਲਦੇ ਹਾਂ ਇੰਗਲਿਸ਼ ਦੇ ਉੱਪਰ। ਇੰਗਲਿਸ਼ ਦੇ ਵਿੱਚ ਹੈਗਾ ਪਹਿਲਾਂ ਪੈਰਾ, ਫਿਰ ਕੁਐਸਚਨ ਆਨਸਰਸ ਹੈ। Once upon a time there was a king. He had 3 sons. The first son was clever and active. The second son was kind and honest. The third son was brave and strong. All the 3 sons were very obedient and caring. The king was very old. All his sons were dear to him. He was very happy for all his sons. The first question है, the king had dash sons. King ਦੇ ਕਿੰਨੇ ਸਨ ਸੀਗੇ? ਪੜਿਆ ਨਾ ਉੱਪਰ ਪ੍ਰਸ਼ਨ 'ਚ ਪੈਰੇ ਦੇ ਵਿੱਚ, king has ਕਿੰਨੇ ਸੀਗੇ? had 3 sons। ਤਾਂ ਆਪਾਂ 3 ਦੇ ਉੱਪਰ ਟਿਕ ਕਰ ਦਾਂਗੇ, ਇੱਥੇ ਲਿਖ ਦਾਂਗੇ। B ਕੁਐਸਚਨ ਹੈ, which son was kind and honest? ਕਿਹੜਾ ਸਨ ਜਿਹੜਾ ਹੈਗਾ ਕਾਈਂਡ ਵੀ ਸੀ ਤੇ ਓਨੈਸਟ ਵੀ ਸੀ? ਪੈਰੇ ਦੇ ਵਿੱਚ ਦੇਖੋ ਸੈਕਿੰਡ ਲਾਈਨ ਹੀ ਪਈ ਹੈ, ਦ ਸੈਕਿੰਡ ਸਨ ਵਾਸ ਕਾਈਂਡ ਐਂਡ ਓਨੈਸਟ। ਤਾਂ ਸੈਕਿੰਡ ਸਨ ਸੀਗਾ, ਆਪਾਂ ਸੈਕਿੰਡ ਸਨ ਦੇ ਉੱਪਰ ਦੂਸਰੇ ਨੰਬਰ 'ਤੇ ਪਿਆ ਟਿਕ ਲਗਾ ਦਾਂਗੇ। ਉਸ ਤੋਂ ਨੈਕਸਟ ਹੈ ਬੱਚੋ ਸੀ ਕੁਐਸਚਨ, ਵਿਚ ਸਨ ਵਾਸ ਡੀਅਰ ਟੂ ਦ ਕਿੰਗ? ਕਿਹੜਾ ਜਿਹੜਾ ਸਨ ਹੈ ਡੀਅਰ ਸੀਗਾ ਕਿੰਗ ਨੂੰ? ਫਸਟ ਸਨ ਸੀ, ਸੈਕਿੰਡ ਸਨ ਸੀ, ਥਰਡ ਸਨ ਸੀ ਜਾਂ ਆਲ ਆਫ ਦੀ ਸੀ? ਕਿਹੜੇ ਸੀਗੇ? ਤਾਂ ਇਹਦੇ 'ਚ ਆਪਾਂ ਦੇਖੋ ਆਹ ਲਾਈਨ ਪਈ ਆ, ਆਲ ਹਿਜ਼ ਸਨਸ ਵਰ ਡੀਅਰ ਟੂ ਹਿਮ। ਉਹਨੂੰ ਸਾਰੇ ਹੀ ਪਿਆਰੇ ਸੀਗੇ, ਤਾਂ ਇੱਕ ਨਹੀਂ ਸੀ। ਤਾਂ ਆਪਾਂ ਫੋਰਥ ਦੇ ਉੱਪਰ ਟਿਕ ਕਰ ਦਾਂਗੇ। ਨੈਕਸਟ ਡੀ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਨ ਐਡਜੈਕਟਿਵ? ਐਡਜੈਕਟਿਵ ਜੋ ਨਹੀਂ ਹੈ ਉਹਦੇ 'ਤੇ ਟਿਕ ਲਗਾਉਣੀ ਹੈ। ਐਡਜੈਕਟਿਵ ਕਿਸੇ ਦੀ ਕੁਆਲਿਟੀ ਬਾਰੇ ਦੱਸੇ ਜਾਂ ਕਿਸੇ ਦੇ ਬਾਰੇ ਵੀ ਜਿਹਦੇ ਬਾਰੇ ਆਪਾਂ ਗੱਲ ਕਰੀਏ ਵੀ ਇਹ ਮੁੰਡਾ ਚੰਗਾ ਹੈ, ਇਹ ਮੁੰਡਾ ਗੰਦਾ ਹੈ, ਇਹ ਫੁੱਲ ਬਹੁਤ ਸੋਹਣੇ ਹਨ, ਇਹ ਫੁੱਲਾਂ ਦੀ ਖੁਸ਼ਬੂ ਅੱਛੀ ਹੈ। ਤਾਂ ਇਸ ਤਰੀਕੇ ਨਾਲ ਜਦੋਂ ਆਪਾਂ ਕਿਸੇ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਉਹ ਐਡਜੈਕਟਿਵ ਹੁੰਦਾ। ਤਾਂ ਇੱਥੇ ਐਡਜੈਕਟਿਵ ਕਿਹੜਾ ਨਹੀਂ ਹੈ ਉਹਦੇ ਬਾਰੇ ਆਪਾਂ ਉਹਦੇ 'ਤੇ ਟਿਕ ਲਗਾਉਣੀ ਹੈ। ਬਰੇਵ ਬॉय ਕਹਿ ਦਿੰਦੇ ਹਾਂ ਆਪਾਂ, ਸਟਰੋਂਗ ਗਰਲ। ਸਨਸ ਦਾ ਜਿਹੜਾ ਹੈਗਾ ਨਾਊਨ ਹੈ, ਤੇ ਇਹਦੇ 'ਤੇ ਆਪਾਂ ਟਿਕ ਲਗਾ ਦਾਂਗੇ ਕਿਉਂਕਿ ਫੋਰਥ ਕਾਈਂਡ ਹੈ। ਕਾਈਂਡ ਵੀ ਆਪਾਂ ਕਿਸੇ ਬਾਰੇ ਦੱਸ ਰਹੇ ਹੁੰਦੇ ਹਾਂ ਤਾਂ ਸ਼ੀ ਵਾਜ਼ ਅ ਕਾਈਂਡ ਲੇਡੀ। ਤਾਂ ਇਸ ਤਰੀਕੇ ਨਾਲ ਇਹ ਹੈ ਚੂਜ਼ ਦਾ ਕਰੈਕਟ ਸਟੇਟਮੈਂਟ। ਹੁਣ ਇੱਥੇ ਆਪਾਂ ਕਰੈਕਟ ਸਟੇਟਮੈਂਟ ਦੱਸਣੀ ਹੈ। 4 ਦਿੱਤੀਆਂ ਹੋਈਆਂ, 4 ਚੋਂ ਕਰੈਕਟ ਕਿਹੜੀ ਹੈ? ਪਹਿਲਾ ਹੈ ਦ ਕਿੰਗ ਹੈਡ ਦੀਜ਼ ਸਨਸ। ਸੈਕਿੰਡ, ਦ ਕਿੰਗ ਹੈਡ 3 ਸਨਸ। ਹੁਣ ਆਹ ਵਾਲੇ ਸਨਸ ਦੂਜਾ ਹੁੰਦਾ ਹੈ। ਦ ਕਿੰਗ ਹੈਡ ਦੇਅਰ ਸਨਸ। ਦ ਕਿੰਗ ਹੈਡ 3 ਸਨਸ। ਦ ਕਿੰਗ ਹੈਡ 3 ਸਨਸ ਠੀਕ ਹੈ। ਫੋਰਥ 'ਤੇ ਆਪਾਂ ਟਿਕ ਲਗਾ ਦਾਂਗੇ। ਤਾਂ ਇੰਗਲਿਸ਼ ਵੀ ਬੱਚੋ ਆਪਾਂ ਕਰ ਲਈ। ਨੈਕਸਟ ਆਪਾਂ ਚੱਲਦੇ ਹਾਂ ਹੁਣ ਹਿੰਦੀ ਵਿਸ਼ੇ 'ਤੇ। ਹਿੰਦੀ ਵਿਸ਼ੇ ਵਿੱਚ ਪੈਰਾ ਧਿਆਨ ਨਾਲ ਰੀਡ ਕਰਨਾ है, फिर प्रश्नों के उत्तर देने। नीचे लिखे पैरे को पढ़कर प्रश्नों के उत्तर दें। लाली जोर जोर से चिल्लाने लगा क्योंकि वह दलदल में धंसता जा रहा था। लाली की यह हालत देख भोलू भी डर के मारे रोने लगा। उसके पैरों तले से ज़मीन खिसकने लगी। वह रोता जा रहा था और अपनी माँ और पिताजी को ज़ोर ज़ोर से पुकार रहा था। उसकी आवाज़ सुनकर माँ और पिताजी दौड़े आए। लाली की हालत देख वे भी घबरा गए, मगर उन्होंने हिम्मत न हारी। उन्होंने जल्दी से पेड़ पर लिपटी एक मजबूत लता को खींचा तथा उसे लाली की ओर फेंका।
माँ ने जोर से कहा, लाली बेटा, इस लता को अपने मुंह में कस के पकड़ लो, हम धीरे धीरे तुम्हें बाहर खींच लेंगे। तो प्रश्न पहला है, पैरों तले जमीन खिसकना का क्या अर्थ है? पैरों तले जमीन खिसकना इसमें आया था ना बीच में। किसके पैरों तले जमीन खिसक गई थी? जब उसकी माँ ने देखा कि लाली जो है दलदल में धंस गई है। तो लाली की माँ जैसे यहाँ पे आया था ना, और भोलू भी देखकर उसके पैरों तले से ज़मीन खिसकने लगी। इसमें आया था कि लाली की ये हालत देख भोलू भी डर के मारे रोने लगा और उसके पैरों तले ज़मीन खिसकने लगी, उसके पैरों तले भोलू के। पर इसमें इसका मतलब क्या है, इसका अर्थ क्या है? पैरों तले ज़मीन खिसकना, डर गया था वो, है ना, एकदम से जो है होश उड़ जाना। तो क पे भूचाल आ जाना, भूचाल तो नहीं आया था। ख दलदल में धंस जाना, दलदल में धंसने को हम ये नहीं कहते कि पैरों तले जमीन खिसकना। हाथ होश उड़ जाना, होश उड़ जाना होगा। इसमें हम ग पे निशानी लगाएंगे क्योंकि जमीन का अपने स्थान में खिसक जाना भी नहीं होता। दूसरा प्रश्न है, लता का अर्थ क्या है? अब इसको लता का अर्थ अगर नहीं आता तो बच्चों हम ऊपर पैरे में देखेंगे। लता का अर्थ वहाँ पे लाइन को पढ़ के पता चल जाएगा कि लता का अर्थ क्या होता है। उन्होंने जल्दी से पेड़ पर लिपटी एक मजबूत लता को खींचा। अब पेड़ पर किस चीज़ को खींच सकते हैं? क्या होता है पेड़ पर? तने होते हैं। पेड़ का मोटा तना होता है, पतला तना होता है। तुम लोग भी, बच्चे भी चढ़ के अमरूद का या बेरी का पेड़ के ऊपर चढ़ के तुम लोग तोड़ते हो ना फल, तो तुम लोग ये देखते हो कि कौन सा तना मोटा है, उसके ऊपर हम चढ़ेंगे। तो वैसे ही उन्होंने लता किससे खींचा? जो पेड़ का तना होगा। तो क पे है पेड़ का तना, ख पे पेड़ के पत्ते, पत्ते तो पत्तों से तो कोई खींच नहीं सकता। पेड़ की जड़, जड़ भी नहीं होगी। पेड़ की डाली, तो पेड़ का जो है तना होगा, उसको लता कहते हैं हम। तो नेक्स्ट है, तीसरा प्रश्न है, लाली बेटा, हम धीरे धीरे तुम्हें बाहर खींच लेंगे, वाक्य किसने कहा? ये किसने बोले थे कि लाली बेटा हम धीरे धीरे तुम्हें खींच लेंगे? ये ऊपर आया था ना कि लाली की हालत देखकर उन्होंने जल्दी से पेड़ पर लिपटी एक मजबूत लता खींची और उसे लाली की ओर फेंका। लाली बेटा, इस लता को अपने मुंह से खींच के, मुंह में कस के पकड़ लो, हम धीरे धीरे तुम्हें खींच लेंगे। ये उन्होंने, ये वाली लाइन ये सेम आ गई ना। उन्होंने जल्दी से, लाली की हालत, अब उसकी आवाज़ सुनकर माँ और पिताजी ने, ये दोनों ने बोला था कि हम तुम्हें धीरे धीरे खींच लेंगे। तो नीचे हम देखते हैं ऑप्शन में क्या लिखा हुआ है। भोलू ने नहीं, लाली ने नहीं, माँ ने, पिताजी ने। तो किसने बोला था ये वाक्य? किसने कहा लाली बेटा हम धीरे धीरे तुम्हें बाहर खींच लेंगे? तो उसके पिताजी ने बोला था ना। ये यहाँ पे आया था, पिताजी सुनकर दौड़े आए। लाली की हालत देखकर वह भी घबरा गए, मगर उन्होंने हिम्मत नहीं हारी। तो इसमें जो है हम निशानी किस पे लगाएंगे? पिताजी ने। दलदल में कौन धंसा जा रहा था? क पे है पिताजी, ख पे लाली, ग पे भोलू, घ पे माँ। तो लाली धंसी जा रही थी, लाली पे टिक लगा देंगे। पेड़ शब्द को गुरुमुखी लिपि में कैसे लिखेंगे? अब पेड़ को गुरुमुखी लिपि पंजाबी होती है, गुरुमुखी लिपि में आप कैसे लिखोगे? वृक्ष, वृक्ष हिंदी का शब्द है, ये भी नहीं आएगा। ख पे लिखा है पेड़, पेड़ को हम पंजाबी में पेड़ नहीं बोलते। ग पे रुख, पंजाबी में हम रुख बोलते हैं, तो गुरुमुखी लिपि में ऐसे लिखेंगे। ग पे, घ पे ट्री लिखा है, ये हम इंग्लिश में बोलते हैं। तो बच्चों आपका हिंदी का भी हो गया। ਅੱਗੇ ਬੇਟੇ ਆਪਾਂ ਚੱਲਦੇ ਆ ਵਾਤਾਵਰਣ ਸਿੱਖਿਆ ਤੇ। ਵਾਤਾਵਰਣ ਸਿੱਖਿਆ ਦੇ ਵਿੱਚ ਦੇਖੋ ਹੁਣ ਇਹਦੇ 'ਚ ਹੈ ਪਹਿਲਾ ਪ੍ਰਸ਼ਨ, ਰਾਜੂ ਦੇ ਭੂਆ ਜੀ ਦਾ ਵਿਆਹ ਹੋ ਗਿਆ ਹੈ, ਇਸ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ। ਹੁਣ ਦੱਸੋ, ਜਦੋਂ ਭੂਆ ਦਾ ਵਿਆਹ ਹੋ ਗਿਆ ਤਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਕੀ ਹੋਊਗੀ? ਵੱਧ ਜਾਵੇਗੀ। ਰਾਜੂ ਦੀ ਭੂਆ ਲੱਗਦੀ ਹੈ ਤਾਂ ਭੂਆ ਵਿਆਹ ਕੇ ਚਲੀ ਜਾਂਦੀ ਹੈ ਨਾ। ਵੱਧ ਜਾਵੇਗੀ, ਘਟ ਜਾਵੇਗੀ, ਕੋਈ ਫਰਕ ਨਹੀਂ ਪਵੇਗਾ, ਦੁੱਗਣੀ ਹੋ ਜਾਵੇਗੀ। ਤਾਂ ਭੂਆ ਚਲੀ ਗਈ ਵਿਆਹ ਕੇ, ਹੈ ਨਾ, ਫੁੱਫੜ ਜੀ ਉਹਨਾਂ ਨੂੰ ਲੈ ਗਏ ਤਾਂ ਘਟ ਜਾਵੇਗੀ, ਆਪਾਂ ਘਟ ਜਾਵੇਗੀ ਲਿਖ ਦਾਂਗੇ। ਮੇਲੇ ਦੇ ਦ੍ਰਿਸ਼ ਦੀ ਤਸਵੀਰ ਜਮਾਤ ਚੌਥੀ ਦੀ ਪੁਸਤਕ ਵਿੱਚੋਂ ਤਸਵੀਰ ਤੋਂ ਪਤਾ ਲੱਗਦਾ ਹੈ ਕਿ, ਤਾਂ ਤੁਹਾਨੂੰ ਇਹ ਕੀ ਪਤਾ ਚੱਲਦਾ ਹੈ ਮੇਲੇ ਦੀ ਤਸਵੀਰ ਤੋਂ? ਇਹ ਮੇਲੇ ਦਾ ਦ੍ਰਿਸ਼ ਹੈ, ਇਹ ਖੇਤ ਦਾ ਦ੍ਰਿਸ਼ ਹੈ,
ਇਹ ਸਕੂਲ ਦਾ ਦ੍ਰਿਸ਼ ਹੈ ਜਾਂ ਇਹ ਪਿੰਡ ਦਾ ਦ੍ਰਿਸ਼ ਹੈ? ਦੱਸੋ ਕੀ ਪਤਾ ਚੱਲਦਾ ਹੈ ਤੁਹਾਨੂੰ? ਇਹ ਮੇਲੇ ਦਾ ਦ੍ਰਿਸ਼ ਹੈ। ਆਪਾਂ ਮੇਲੇ ਤੇ ਟਿਕ ਲਗਾ ਦਾਂਗੇ। ਅੱਗੇ ਤੀਸਰਾ ਪ੍ਰਸ਼ਨ ਹੈ, ਸਰੀਰਕ ਤੰਦਰੁਸਤੀ ਲਈ ਅਜਿਹੀ ਸੰਤੁਲਿਤ ਖੁਰਾਕ ਜ਼ਰੂਰੀ ਹੈ ਜਿਸ ਵਿੱਚ ਡੈਸ਼। ਤਾਂ ਤੰਦਰੁਸਤੀ ਲਈ ਕਿਹੜੀ ਸੰਤੁਲਿਤ ਮਤਲਬ ਜਿਹਦੇ 'ਚ ਸਭ ਕੁਝ ਹੋਵੇ। ਊੜੇ 'ਤੇ ਹੈ ਵਿਟਾਮਿਨ ਮੌਜੂਦ ਹੋਣ, ਐੜੇ 'ਤੇ ਖਣਿਜ ਮੌਜੂਦ ਹੋਣ, ਈੜੀ 'ਤੇ ਸਾਰੇ ਪੋਸ਼ਕ ਤੱਤ ਮੌਜੂਦ ਹੋਣ। ਤਾਂ ਸਾਰੇ ਹੋਣੇ ਚਾਹੀਦੇ। ਇਕੱਲੇ ਵਿਟਾਮਿਨ ਨਾਲ ਵੀ ਸੰਤੁਲਿਤ ਖੁਰਾਕ ਨਹੀਂ ਮਿਲਦੀ, ਨਾ ਇਕੱਲੇ ਖਣਿਜ ਨਾਲ। ਤਾਂ ਸਾਰੇ ਸਾਨੂੰ ਚਾਹੀਦੇ ਹੈ। ਆਪਾਂ ਈੜੀ ਦੇ ਉੱਪਰ ਸਹੀ ਦੀ ਨਿਸ਼ਾਨੀ ਲਾ ਦਾਂਗੇ। ਸੱਸੇ 'ਤੇ ਕਿਉਂਕਿ ਸੀਗਾ ਪ੍ਰੋਟੀਨ ਮੌਜੂਦ ਹੋਵੇ, ਤਾਂ ਪ੍ਰੋਟੀਨ ਵੀ ਹੋਵੇ, ਖਣਿਜ ਵੀ ਹੋਵੇ, ਵਿਟਾਮਿਨ ਵੀ ਹੋਵੇ। ਸਾਰੀਆਂ ਚੀਜ਼ਾਂ ਜਿਹਦੇ 'ਚ ਹੁੰਦੀਆਂ ਨੇ ਉਹ ਸੰਤੁਲਿਤ ਖੁਰਾਕ ਹੁੰਦੀ ਹੈ। ਨੈਕਸਟ ਬੱਚੋ, ਤੁਹਾਡਾ ਚੌਥਾ ਪ੍ਰਸ਼ਨ ਹੈ, ਜੇਕਰ ਤੁਸੀਂ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜੇ ਹੋ ਜਾਵੋ ਤਾਂ ਤੁਹਾਡੇ ਪਿਛਲੇ ਪਾਸੇ ਕਿਹੜੀ ਦਿਸ਼ਾ ਹੋਵੇਗੀ? ਹਾਂਜੀ ਬੱਚੋ, ਫਿਰ ਕਿਹੜੀ ਦਿਸ਼ਾ ਹੋਵੇਗੀ? ਜੇਕਰ ਤੁਸੀਂ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜੇ ਹੋ ਜਾਵੋਗੇ ਤਾਂ ਸੂਰਜ ਕਿੱਥੋਂ ਚੜ੍ਹਦਾ ਹੈ? ਪਹਿਲੇ ਸੂਰਜ ਚੜ੍ਹਦਾ ਹੈ ਪੂਰਬ ਦਿਸ਼ਾ ਤੋਂ, ਈਸਟ 'ਚੋਂ। ਤਾਂ ਤੁਹਾਡੇ ਪਿੱਛੇ ਕਿਹੜੀ ਹੋਊਗੀ? ਪੂਰਬ ਦੇ ਪਿੱਛੇ ਕਿਹੜੀ ਹੁੰਦੀ ਹੈ? ਪੱਛਮ ਹੁੰਦੀ ਹੈ, ਪੱਛਮੀ। ਤਾਂ ਕਿਹੜੀ ਦਿਸ਼ਾ ਹੋਵੇਗੀ ਤੁਹਾਡੇ ਪਿਛਲੇ ਪਾਸੇ? ਪੱਛਮੀ ਦਿਸ਼ਾ ਹੋਵੇਗੀ। ਤਾਂ ਆਪਾਂ ਪੱਛਮੀ ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾ ਦਾਂਗੇ, ਕਿਉਂਕਿ ਸੂਰਜ ਜਿੱਥੋਂ ਚੜ੍ਹਦੇ ਪਾਸੇ, ਜਿੱਧਰ ਉਹਨਾਂ ਨੇ ਕਿਹਾ ਜੇ ਆਪਾਂ ਚੜ੍ਹਦੇ ਪਾਸੇ ਸੂਰਜ ਦੇ ਖੜੇ ਹੋਏ ਆ ਮੂੰਹ ਕਰਕੇ ਤਾਂ ਉਹ ਪੂਰਬ ਹੈ। ਉਹਨਾਂ ਨੇ ਦਿਸ਼ਾ ਕਿਹੜੀ ਪੁੱਛੀ ਹੈ? ਤੁਹਾਡੇ ਪਿਛਲੇ ਪਾਸੇ ਵਾਲੀ। ਤਾਂ ਪੰਜਵਾਂ ਪ੍ਰਸ਼ਨ ਹੈ ਆਪਣਾ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਹੁਣ ਕਿਹੜਾ ਕਥਨ ਗਲਤ ਹੈ? ਆਪਾਂ ਨੇ ਗਲਤ ਵਾਲਾ ਦੇਖਣਾ ਹੈ। ਘਰ ਸਾਨੂੰ ਮੀਂਹ ਤੋਂ ਬਚਾਉਂਦਾ ਹੈ, ਘਰ ਸਾਨੂੰ ਹਨੇਰੀ ਤੋਂ ਬਚਾਉਂਦਾ ਹੈ, ਘਰ ਸਾਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦਾ ਹੈ, ਘਰ ਸਾਨੂੰ ਹੱਡੀਆਂ ਦੇ ਰੋਗ ਤੋਂ ਬਚਾਉਂਦਾ ਹੈ। ਤਾਂ ਹੁਣ ਇਹਦੇ 'ਚ ਹੇਠ ਲਿਖੇ ਵਿੱਚੋਂ ਕਿਹੜਾ ਕਥਨ ਗਲਤ ਹੈ? ਆਪਾਂ ਗਲਤ ਦੱਸਣਾ ਹੈ। ਤਾਂ ਘਰ ਸਾਨੂੰ ਮੀਂਹ ਤੋਂ ਬਚਾਉਂਦਾ ਹੈ, ਇਹ ਤਾਂ ਸਹੀ ਹੈ। ਘਰ ਸਾਨੂੰ ਹਨੇਰੀ ਤੋਂ ਬਚਾਉਂਦਾ ਹੈ, ਇਹ ਵੀ ਸਹੀ ਹੈ। ਘਰ ਸਾਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦਾ ਹੈ, ਇਹ ਵੀ ਸਹੀ ਹੈ। ਘਰ ਸਾਨੂੰ ਹੱਡੀਆਂ ਦੇ ਰੋਗ ਤੋਂ ਬਚਾਉਂਦਾ ਹੈ, ਇਹ ਗਲਤ ਹੈ। ਕਿਉਂਕਿ ਜੇ ਆਪਾਂ ਘਰ ਦੇ ਵਿੱਚ ਰਵਾਂਗੇ ਤਾਂ ਜੇ ਆਪਾਂ ਗਲਤ ਖਾਵਾਂਗੇ, ਗਲਤ ਤਰੀਕੇ ਨਾਲ ਐਕਸਰਸਾਈਜ਼ ਕਰਾਂਗੇ ਤਾਂ ਸਾਡੀਆਂ ਹੱਡੀਆਂ ਦੇ ਰੋਗ ਤੋਂ ਅਸੀਂ ਬਚ ਨਹੀਂ ਸਕਦੇ। ਤਾਂ ਇਹਦੇ 'ਚ ਕੋਈ ਘਰ ਹੈਲਪ ਨਹੀਂ ਕਰਦਾ ਹੈਗਾ। ਤਾਂ ਇਹਦੇ 'ਤੇ ਆਪਾਂ ਸੱਸੇ ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਤਾਂ ਬੱਚੋ, ਆਪਣੀ ਵਰਕਸ਼ੀਟ ਨੰਬਰ 8 ਆਪਾਂ 25 ਅਗਸਤ ਵਾਲੀ ਕਰ ਲਈ ਹੈ। ਤਾਂ ਜਿਹੜੇ ਬੱਚਿਆਂ ਦੇ, ਕਈ ਬੱਚਿਆਂ ਨੇ ਕਿਹਾ ਸੀ ਸਾਨੂੰ ਵਰਕਸ਼ੀਟ 8 ਨੰਬਰ ਪੂਰੀ ਚਾਹੀਦੀ ਹੈ, ਤਾਂ ਬੱਚੋ ਤੁਸੀਂ ਖੁਦ ਪਹਿਲਾਂ ਆਪਣੇ ਆਪ ਕਰੋ, ਉਸ ਤੋਂ ਬਾਅਦ ਚੈੱਕ ਇਹਦੇ ਨਾਲ ਜ਼ਰੂਰ ਕਰ ਲਓ। ਬਾਕੀ ਹੋਰ ਵੀ ਕੋਈ ਡਾਊਟਸ ਹੈ ਤੁਹਾਡੇ, ਹੋਰ ਤੁਹਾਡਾ ਕੁਝ ਪੈਂਡਿੰਗ ਰਹਿੰਦਾ ਹੈ, ਪਿਛਲਾ ਕੋਈ ਵੀ ਵਰਕਸ਼ੀਟ ਰਹਿੰਦੀ ਹੈ, ਜਾਂ ਤੁਹਾਡੀ ਕਲਾਸ ਕਿਸੇ ਹੋਰ ਕਲਾਸ ਦੀ ਵਰਕਸ਼ੀਟਸ ਜਿਹੜੀਆਂ ਤੁਹਾਨੂੰ ਗਵਰਨਮੈਂਟ ਦੀ ਤਰਫ ਤੋਂ ਪ੍ਰੋਵਾਈਡ ਕੀਤੀਆਂ ਹੋਈਆਂ, ਉਹਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਡਾਊਟਸ ਹੈਗੇ ਹੈ, ਤੁਸੀਂ ਜਦੋਂ ਮਰਜ਼ੀ ਕਮੈਂਟ ਬਾਕਸ ਦੇ ਵਿੱਚ ਪਾਓ, ਤਾਂ ਉਹਦੇ ਨਾਲ ਦੇ ਰਿਲੇਟਡ ਤੁਹਾਨੂੰ ਜ਼ਰੂਰ ਵੀਡੀਓ ਅਪਲੋਡ ਹੋਈ ਮਿਲੂਗੀ। ਓਕੇ ਬੱਚੋ, ਥੈਂਕ ਯੂ। ਨੈਕਸਟ ਵੀਡੀਓ 'ਚ ਆਪਾਂ ਮਿਲਦੇ ਹਾਂ।